ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧ ਸੰਗਤ ਜੀ, ਰਾਗ ਸੋਹੀ ਮਹਿਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ। ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ, ਨਾਮੇ ਹੀ ਤੇ ਸਭ ਕਿਛੁ ਹੋਆ, ਬਿਨ ਸਤਿਗੁਰੂ ਨਾਮ ਨਾ ਜਾਪੇ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਖਦੇ ਹੈ ਇਸ ਸ਼ਬਦ ਵਿੱਚ, ਨਾਮ ਦੇ ਨਾਲ ਹੀ ਸਭ ਕੁਛ ਹੁੰਦਾ ਹੈ। ਬਿਨ ਨਾਮ ਦੇ, ਬਿਨ ਸਤਿਗੁਰਾਂ ਦੇ ਕੁਛ ਨਹੀਂ ਮਿਲਣਾ। ਇਹ ਜੀਵਨ ਵਿਅਰਥ ਹੀ ਜਾ ਰਿਹਾ ਹੈ ਮਨੁੱਖ ਦਾ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧ ਨਾ ਜਾਪੇ। ਗੁਰੂ ਦਾ ਸ਼ਬਦ ਬਹੁਤ ਹੀ ਮਿੱਠਾ ਹੈ, ਇਹਦਾ ਰਸ ਬਹੁਤ ਮਿੱਠਾ ਹੈ ਅਤੇ ਬਿਨਾਂ ਚੱਖੇ ਕਿਵੇਂ ਸਵਾਦ ਮਿਲੇਗਾ। ਜੇ ਚੱਖਿਆ ਹੀ ਨਹੀਂ, ਉਸਨੂੰ ਪੜ੍ਹਿਆ ਹੀ ਨਹੀਂ, ਉਸ ਦੀ ਸੋਝੀ ਨਾ ਲਈ, ਅਤੇ ਕਿਵੇਂ ਸੁੱਖ ਮਿਲਣਾ ਹੈ। ਕੌਡੀ ਬਦਲੇ ਜਨਮ ਗਵਾਇਆ, ਚੀਨਸ ਨਾਹੀ ਆਪੇ। ਇਹ ਜਨਮ ਸਮਾਂ ਬੀਤਦਾ ਜਾ ਰਿਹਾ ਹੈ, ਇਸ ਜਨਮ ਦਾ ਕੌਡੀ ਬਦਲੇ ਜਨਮ ਗਵਾ ਲਿਆ, ਚੀਨਸ ਨਾਹੀ ਆਪੇ। ਕੋਈ ਸੋਝੀ ਨਾ ਪਾਈ, ਗਿਆਨ ਨਾ ਪਾਇਆ, ਮੇਰਾ ਮੇਰਾ ਕਰਦੇ ਜਨਮ ਗਵਾਇਆ। ਗੁਰਮੁਖ ਹੋਵੇ ਤਾਂ ਇੱਕੋ ਜਾਣੇ, ਹਉਮੈ ਦੁੱਖ ਨਾ ਸੰਤਾਪੇ। ਜਿਹੜਾ ਗੁਰਮੁਖ ਹੁੰਦਾ ਹੈ ਉਹ ਦੁੱਖ ਨੂੰ ਵੀ ਸੁੱਖ ਮੰਨਦਾ ਹੈ, ਦੁੱਖ ਨੂੰ ਵੀ ਸੁੱਖ ਮੰਨਦਾ ਹੈ, ਕਿਉਂਕਿ ਉਹ ਦੇ ਰਿਹਾ ਹੈ। ਜੇ ਉਹ ਦੇ ਰਿਹਾ ਹੈ ਤੇ ਸਭ ਕੁਛ ਸੁੱਖ ਹੀ ਸੁੱਖ ਹੈ। ਇਨਸਾਨ ਦੇ ਕਰਮ ਦੇ ਨਾਲ ਉਸਨੂੰ ਸੁੱਖ ਤੇ ਦੁੱਖ ਮਿਲਦੇ ਨੇ, ਸੁੱਖ ਤੇ ਦੁੱਖ ਮਿਲਦੇ ਨੇ। ਸਾਧ ਸੰਗਤ ਜੀ, ਜਿਹੜਾ ਵੀ ਮਨੁੱਖ ਕਰਮ ਕਰ ਰਿਹਾ ਹੈ, ਉਹਨਾਂ ਕਰਮਾਂ ਦਾ ਉਹਨਾਂ ਨੂੰ ਭੋਗਣਾ ਪੈਣਾ ਹੈ। ਕਈ ਗੱਲਾਂ ਕਰਦੇ ਨੇ ਕਿ ਜਿਹੜਾ ਵੀ ਹੈ ਇਸੇ ਜਨਮ ਦੇ ਵਿੱਚ ਹੀ ਹੈ, ਇसी ਜਨਮ ਦੇ ਵਿੱਚ ਨਰਕ ਤੇ ਸਵਰਗ ਹੈ, ਪਰ ਐਸਾ ਨਹੀਂ ਹੈ। ਸ਼ਾਸਤਰਾਂ ਵੇਦਾਂ ਵਿੱਚ ਲਿਖਿਆ ਹੈ, ਜਿਹੜਾ ਮਨੁੱਖ ਕਰਦਾ ਹੈ ਉਸ ਨੂੰ ਭੋਗਣਾ ਪੈਂਦਾ ਹੈ, ਉਸ ਨੂੰ ਭੋਗਣਾ ਪੈਂਦਾ ਹੈ। ਜਿਵੇਂ ਬਾਲੀ ਤੇ ਸੁਗਰੀਵ ਦਾ ਯੁੱਧ ਹੋਇਆ ਤੇ ਮਰਿਆਦਾ ਪੁਰਸ਼ੋਤਮ ਰਾਮ ਨੇ ਵੀ ਦੁੱਖ ਮਹਿਸੂਸ ਕੀਤਾ ਜਦ ਉਹਨਾਂ ਨੇ ਬਾਲੀ ਦਾ ਵਧ ਕੀਤਾ। ਬਾਲੀ ਬਹੁਤ ਉਦਾਸ ਹੋਏ ਵੀ ਇਹ ਰਾਮ, ਤੂੰ ਤੇ ਮਰਿਆਦਾ ਪੁਰਸ਼ੋਤਮ ਸੀ, ਤੂੰ ਮੈਨੂੰ ਛੁਪ ਕੇ ਕਿਉਂ ਮਾਰਿਆ, ਤੈਨੂੰ ਤੇ ਸ਼ੋਭਾ ਨਹੀਂ ਦਿੰਦਾ। ਤੇ ਰਾਮ ਨੇ ਕਿਹਾ, ਜਿਹੜਾ ਵੀ ਐਵੇਂ ਕੀਤਾ ਹੈ ਮੈਂ ਭੋਗਾਂਗਾ, ਮੈਂ ਭੋਗਾਂਗਾ। ਪਿਛਲੇ ਜਨਮ ਜਦ ਆਏਗਾ ਮੈਨੂੰ ਇਹ ਭੋਗਣਾ ਪਏਗਾ, ਮੈਨੂੰ ਭੋਗਣਾ ਪਏਗਾ। ਜਦ ਕਿਸ਼ਨ ਦਾ ਅਵਤਾਰ ਲਿਆ ਉਹਨਾਂ ਨੇ, ਕਿਸ਼ਨ ਦਾ ਅਵਤਾਰ ਲਿਆ, ਭਾਲਕਾ ਤੀਰਥ ਸੋਮਨਾਥ, ਉਹਨਾਂ ਨੇ ਵੀ ਇੱਕ ਗੰਡੇਰੀਏ ਨੇ ਤੀਰ ਮਾਰਿਆ। ਉਸ ਗੰਡੇਰੀਏ ਨੇ ਦੇਖਿਆ ਕਿ ਇਹ ਕੋਈ ਹਿਰਨ ਹੈ। ਉਹਦੀ ਚਮਕਦੀ ਅੱਖ ਦੇਖ ਕੇ, ਚਮਕਦੀ ਅੱਖ ਦੇਖ ਕੇ ਤੀਰ ਚਲਾਇਆ। ਉਹ ਤੀਰ ਕਿਸ਼ਨ ਦੇ ਪੈਰ ਵਿੱਚ ਲੱਗਾ, ਕਿਉਂਕਿ ਭਗਵਾਨ ਕ੍ਰਿਸ਼ਨ ਦੇ ਪੈਰ ਦੇ ਵਿੱਚ ਪਦਮ ਸੀ, ਜਿਹੜਾ ਹਮੇਸ਼ਾ ਚਮਕਦਾ ਰਹਿੰਦਾ ਸੀ। ਗੰਡੇਰੀਆ ਜਦ ਨੇੜੇ ਗਿਆ, ਉਸਨੇ ਦੇਖਿਆ ਕਿ ਇਹ ਮੇਤੋਂ ਕੀ ਹੋ ਗਿਆ, ਮੈਂ ਤੇ ਭਗਵਾਨ ਕ੍ਰਿਸ਼ਨ ਨੂੰ ਤੀਰ ਮਾਰ ਦਿੱਤਾ।
ਤੇ ਕਿਸ਼ਨ ਨੇ ਕਿਹਾ, ਇਹ ਭਾਈ ਤੂੰ ਰੋ ਨਾ, ਤੂੰ ਨਾ ਰੋ, ਤੂੰ ਨਾ ਰੋ, ਕਿਉਂਕਿ ਇਹ ਜੋ ਵੀ ਹੋਇਆ ਹੈ ਵਿਦਾਤਾ ਦੇ ਕਾਰਨ ਹੋਇਆ ਹੈ। ਇਹ ਸਭ ਉਹ ਕਰ ਰਿਹਾ ਹੈ, ਸਭ ਉਹ ਕਰ ਰਿਹਾ ਹੈ। ਜਿਹੜਾ ਮੈਂ ਕਰਮ ਕੀਤਾ ਸੀ ਉਹ ਮੈਨੂੰ ਭੋਗਣਾ ਸੀ। ਉਸਨੇ ਸਾਰੀ ਕਥਾ ਸੁਣਾਈ। ਉਹ ਸੁਣ ਕੇ ਫਿਰ ਵੀ ਉਦਾਸ ਹੀ ਹੋ ਗਏ, ਉਦਾਸ ਹੋ ਗਏ। ਹੁਣ ਮਨੁੱਖ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਈਸ਼ਵਰ ਨੂੰ ਐਵੇਂ ਦੁਖਾਉਂਦੇ ਨੇ, ਈਸ਼ਵਰ ਨੂੰ ਵੀ ਜਿਹੜਾ ਵੀ ਸੰਸਾਰ ਦੇ ਵਿੱਚ ਜਨਮ ਲੈਂਦਾ ਹੈ ਉਸ ਨੂੰ ਭੋਗਣਾ ਪੈਂਦਾ ਹੈ, ਤੇ ਮਨੁੱਖ ਨੂੰ ਕੀ ਹੋਏਗਾ? ਮਨੁੱਖ ਨੂੰ ਤੇ ਪਗ ਪਗ ਤੇ ਉਹ ਝੂਠ ਬੋਲਦਾ ਹੈ। ਰਾਮ ਤੇ ਮਰਿਆਦਾ ਪੁਰਸ਼ੋਤਮ ਸੀ, ਉਸ ਨੂੰ ਵੀ ਭੋਗਣਾ ਪਿਆ, ਕਿਉਂਕਿ ਵਚਨ ਸੀ ਉਹਨਾਂ ਦਾ, ਹੇ ਬਾਲੀ ਜਿਹੜਾ ਮੈਂ ਤੈਨੂੰ ਤੀਰ ਮਾਰਿਆ ਹੈ, ਲੇਕਿਨ ਮੈਨੂੰ ਧਰਮ ਬਚਾਉਣਾ ਸੀ। ਐਵੇਂ ਹੀ ਕਿਸ਼ਨ ਨੂੰ ਵੀ ਤੀਰ ਲੱਗਾ, ਕਿਉਂਕਿ ਇਹ ਹੋਣਾ ਸੀ ਅਟਲ ਹੈ। ਕਹਿੰਦੇ ਜਿਹੜਾ ਵੀ ਸੰਸਾਰ ਦੇ ਵਿੱਚ ਹੋ ਰਿਹਾ ਹੈ ਉਹ ਪਰਮ ਪਿਤਾ ਪਰਮੇਸ਼ਵਰ ਕਰ ਰਿਹਾ ਹੈ। ਦੇਖੋ ਕਿਸ਼ਨ ਨੂੰ ਵੀ ਤੀਰ ਲੱਗਿਆ, ਉਸ ਨੂੰ ਵੀ ਲੱਗਿਆ, ਤੇ ਮਨੁੱਖ ਦੀ 84 ਵੀ ਉਹਨੂੰ ਕੱਟਣੀ ਪਏਗੀ। ਕਾਰਨ ਉਹ ਸਮੇਂ ਸਮੇਂ ਹਰ ਘੜੀ ਬੁਰੇ ਕਰਮ ਵੀ ਕਰ ਰਿਹਾ ਹੈ, ਅੱਛਾ ਕਰਮ ਤੇ ਵਿਰਲਾ ਹੀ ਕਰ ਰਿਹਾ ਹੈ, ਬੁਰੇ ਕਰਮ ਵੀ ਕਰ ਰਹੇ ਨੇ। ਬਹੁਤ ਥੋੜੇ ਨੇ ਜਿਨ੍ਹਾਂ ਨੂੰ ਅਸੀਂ ਉਂਗਲੀਆਂ ਤੇ ਗਿਣ ਸਕਦੇ ਹਾਂ ਕਿ ਚੰਗੇ ਕਰਮ ਕਰਦੇ ਨੇ। ਮਾਇਆ ਲਈ ਕੁਛ ਵੀ ਕਰਦਾ ਹੈ ਮਨੁੱਖ। ਜੇ ਤੁਸੀਂ ਸੋਚੋ 84 ਕਿਵੇਂ ਉਹਨਾਂ ਦੀ ਹੋਏਗੀ। ਧੰਨ ਧੰਨ ਗੁਰੂ ਅਮਰਦਾਸ ਪਾਤਸ਼ਾਹ, ਗੋਬਿੰਦਵਾਲ ਸਾਹਿਬ, ਜਿਨ੍ਹਾਂ ਨੇ ਬਾਉਲੀ ਦੀ ਉਸਾਰੀ ਕੀਤੀ। ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ 84 ਪੌੜੀਆਂ ਉਸ ਬਾਉਲੀ ਦੇ ਵਿੱਚ, ਵੀ ਇੱਕ ਇੱਕ ਬਾਉਲੀ ਤੇ ਜਿਹੜਾ ਵੀ ਜਪਜੀ ਸਾਹਿਬ ਦਾ ਪਾਠ ਕਰੇਗਾ, ਫਿਰ ਬਾਉਲੀ ਵਿੱਚ ਇਸ਼ਨਾਨ ਕਰੇਗਾ, ਫਿਰ ਵਾਪਸ ਆ ਕੇ ਦੂਜੀ ਪੌੜੀ ਤੇ ਜਾਪ ਕਰੇਗਾ ਜਪਜੀ ਸਾਹਿਬ ਦਾ, ਤੇ ਉਹਦੀ 84 ਕੱਟ ਜਾਏਗੀ। ਪਰ ਕੁਛ ਨਾ ਕੁਛ ਤੇ ਗਲਤੀ ਹੋਏਗੀ ਮਨੁੱਖ ਕੋ, ਸਾਰਿਆਂ ਦੀ 84 ਤੇ ਨਹੀਂ ਕੱਟਣੀ। ਕਿਸੇ ਨਾ ਕਿਸੇ ਤੋਂ ਕੁਛ ਨਾ ਕੁਛ ਗਲਤੀ ਹੋਣੀ ਹੈ, ਗਲਤੀ ਹੋਣੀ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਭੋਗਣਾ ਹੈ। ਕੋਈ ਵਿਰਲਾ ਹੀ ਹੋਏਗਾ ਜਿਹਦੀ 84 ਕੱਟੇਗੀ। ਗੁਰੂ ਅਮਰਦਾਸ ਪਾਤਸ਼ਾਹ ਦਾ ਵਾਕ ਹੈ ਕਿ ਜਿਹੜਾ ਵੀ ਇਸ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਬਾਉਲੀ ਵਿੱਚ ਇਸ਼ਨਾਨ ਕਰੇਗਾ, ਫਿਰ ਆ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦੀ 84 ਕੱਟੀ ਜਾਏਗੀ। ਤੇ ਇਹਦਾ ਮਤਲਬ ਉਹਨਾਂ ਨੂੰ ਪਹਿਲੇ ਹੀ ਸੋਝੀ ਥੀ, ਪਹਿਲਾਂ ਹੀ ਸੋਝੀ ਸੀ। ਉਹਨਾਂ ਨੇ ਵੀ ਕਿਹਾ 84 ਕੱਟੀ ਜਾਣੀ ਹੈ। ਜਿਹੜਾ ਵੀ ਜਪਜੀ ਸਾਹਿਬ ਦਾ ਪਾਠ ਕਰੇਗਾ 84 ਪੌੜੀਆਂ ਤੇ ਇਹਦਾ ਮਤਲਬ ਉਹਨਾਂ ਨੂੰ ਸੋਝੀ ਸੀ, ਤਾਂ ਹੀ ਬੋਲੀ ਸਾਹਿਬ ਦੀ ਉਸਾਰੀ ਹੋਈ। ਤੇ ਮਨੁੱਖ ਨੂੰ 84 ਕੱਟਣੀ ਹੈ। ਮਨੁੱਖ ਨੂੰ ਜਨਮਾਂ ਦੇ ਅਨੁਸਾਰ ਜਿਹੜੇ ਜਿਹੜੇ ਉਹ ਕਰਮ ਕਰਦਾ ਹੈ, ਜਿਹੜੇ ਜਿਹੜੇ ਉਹ ਕਰਮ ਕਰਦਾ ਹੈ, ਉਸ ਨੂੰ ਭੋਗਣਾ ਪੈਣਾ ਹੈ, ਭੋਗਣਾ ਪੈਣਾ ਹੈ। ਕੋਈ ਸੱਪ ਦਾ ਰੂਪ, ਕੋਈ ਜਾਨਵਰ ਦਾ ਰੂਪ, ਕੀੜਿਆਂ ਦਾ ਰੂਪ, ਕੀੜੇ ਮਕੌੜੇ, ਕਰਮ ਦੇ ਅਨੁਸਾਰ ਉਹਨਾਂ ਨੂੰ ਜੋਨੀ ਮਿਲਣੀਆਂ ਹੈ। ਜਿਹੜੇ ਕਰਮ ਕੀਤੇ ਨੇ ਮਨੁੱਖ ਨੇ, ਉਹਨਾਂ ਨੂੰ ਅੱਛੀ ਜੋਨੀ ਮਿਲੇਗੀ। ਜਿਨ੍ਹਾਂ ਨੇ ਅੱਛੇ ਕਰਮ ਕੀਤੇ ਨੇ, ਜਿਨ੍ਹਾਂ ਨੇ ਬੁਰੇ ਕਰਮ ਕੀਤੇ ਨੇ, ਉਹਨਾਂ ਨੂੰ ਬੁਰੀ ਜੋਨੀ ਮਿਲੇਗੀ, ਕੀੜੇ ਮਕੌੜਿਆਂ ਦੀ। ਪਰ ਇਹ ਸੱਚ ਹੈ, ਇੱਥੇ ਹੀ ਨਰਕ ਨਹੀਂ ਹੈ।
ਉੱਥੇ ਵੀ ਨਰਕ ਹੈ। ਕਈ ਤੇ ਜਿੰਦਿਆਂ ਜੀ ਨਰਕ ਦੇਖ ਰਹੇ ਨੇ, ਕਿਉਂਕਿ ਕਲਯੁਗ ਦਾ ਪ੍ਰਭਾਵ ਹੈ। ਨਰਕ ਤੇ ਦੇਖਣਾ ਹੈ। ਤੇ ਇਸੇ ਕਰਕੇ ਸਾਧ ਸੰਗਤ ਜੀ, ਸ਼ਬਦ ਦੀ ਸੋਝੀ ਪਾਓ, ਸ਼ਬਦ ਦਾ ਗਿਆਨ ਪਾਓ, ਚੰਗੇ ਕਰਮ ਕਰੋ। ਕਿਉਂਕਿ ਸ਼ਬਦ ਦਾ ਗਿਆਨ ਆ ਗਿਆ ਤੇ ਚੰਗੇ ਕਰਮ ਨੂੰ ਆਪੇ ਹੀ ਮਨ ਤੁਰ ਪੈਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚਣਾ ਹੈ, ਤਾਂ ਹੀ 84 ਕੱਟਣੀ ਹੈ। ਜਦ ਤੱਕ ਮਨੁੱਖ ਦੇ ਅੰਦਰ ਇਹ 5 ਚੋਰ ਰਹਿਣਗੇ, ਉਹਨਾਂ ਦੀ 84 ਕਦੇ ਵੀ ਨਹੀਂ ਕੱਟ ਸਕਦੀ। ਕਈ ਮਨੁੱਖ ਕੋ ਬਹੁਤ ਪੈਸਾ ਹੈ, ਬਹੁਤ ਪੈਸਾ ਹੈ। ਉਹ ਕਹਿੰਦੇ ਨੇ ਕਿ ਸਾਨੂੰ ਕੀ ਹੋਣਾ ਹੈ, ਕੁਛ ਨਹੀਂ। ਪਰ ਅੰਤ ਸਮੇਂ ਉਹ ਕੁਛ ਵੀ ਲੈ ਕੇ ਨਹੀਂ ਜਾਏਗਾ, ਕੁਛ ਵੀ ਨਹੀਂ ਲੈ ਕੇ ਜਾਏਗਾ। ਅੰਤ ਸਮੇਂ ਤੇ ਇੱਕ ਫੋਟੋ ਹੀ ਲੱਗ ਜਾਣਾ ਹੈ ਦੀਵਾਰ ਤੇ। ਉਹਦਾ ਆਪਣਾ ਕੋਈ ਨਹੀਂ ਜਾਏਗਾ। ਜਿਨ੍ਹਾਂ ਆਪਣਿਆਂ ਲਈ ਉਹ ਰਾਤ ਦਿਨ ਪਾਪ ਵੀ ਕਰ ਰਿਹਾ ਹੈ, ਕੋਈ ਨਹੀਂ ਜਾਏਗਾ। ਤੇ ਮਨੁੱਖ ਨੂੰ ਹਰ ਸਮੇਂ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰਨੀ ਹੈ। ਚੰਗੇ ਕਰਮ ਤਾਂ ਹੀ ਹੋਣਗੇ ਜੇ ਗੁਰੂ ਸ਼ਬਦ ਦਾ ਗਿਆਨ ਆਏਗਾ। ਗੁਰੂ ਅਮਰਦਾਸ ਪਾਤਸ਼ਾਹ ਕਹਿ ਰਹੇ ਨੇ ਸ਼ਬਦ ਦੇ ਵਿੱਚ, ਸ਼ਬਦ ਵਿੱਚ ਉਹ ਰਸ ਹੈ ਜਿਸ ਨੇ ਪਾ ਲਿਆ ਉਸ ਨੂੰ ਸੋਝੀ ਮਿਲ ਗਈ, ਉਸ ਨੂੰ ਨਾਰਾਇਣ ਮਿਲ ਗਿਆ, ਉਸ ਨੂੰ ਰਾਮ ਮਿਲ ਗਿਆ। ਰਾਮ ਦੀ ਪ੍ਰਾਪਤੀ ਤਾਂ ਹੀ ਹੋਣੀ ਹੈ ਜਦ ਸ਼ਬਦ ਦਾ ਗਿਆਨ ਆਏਗਾ। ਜੇ ਸ਼ਬਦ ਦਾ ਗਿਆਨ ਨਹੀਂ ਆਇਆ ਤੇ 84 ਨਹੀਂ ਕੱਟਣੀ, ਉਹ 84 ਭੋਗਣੀ ਪੈਣੀ ਹੈ। ਜਪਜੀ ਸਾਹਿਬ ਦਾ ਪਾਠ ਬਹੁਤ ਛੋਟਾ ਹੈ, 15 ਮਿੰਟ ਵਿੱਚ ਹੋ ਜਾਂਦਾ ਹੈ। ਫਿਰ ਵੀ ਸਾਧ ਸੰਗਤ ਜੀ, ਤੁਸੀਂ ਦੇਖੋ ਕਿੰਨੀ ਕੁ ਸੰਗਤ ਕਰਦੀ ਹੋਣੀ ਹੈ। ਨਹੀਂ ਕਰਦੇ, ਚਿੱਤ ਨਹੀਂ ਲਾਉਂਦੇ। ਪਾਠ ਕਰਨ ਲੱਗਣਗੇ ਧਿਆਨ ਭਟਕਦਾ ਹੈ। ਕਾਰਨ ਰੱਬ ਨੇ ਪਹਿਲੇ ਹੀ ਲਿਖਿਆ ਹੋਇਆ ਹੈ ਕਿ ਮਨੁੱਖ ਨੂੰ ਕਿਵੇਂ ਕਿਵੇਂ ਜੋਨੀਆਂ ਭੋਗਣੀਆਂ ਨੇ। ਬਚ ਨਹੀਂ ਪਾਉਂਦਾ, ਕਿਉਂਕਿ ਬਚੇਗਾ ਤਾਂ ਹੀ ਜਦ ਸ਼ਬਦ ਦਾ ਗਿਆਨ ਆਏਗਾ, ਗੁਰੂ ਸ਼ਬਦ ਦਾ ਗਿਆਨ ਆਏਗਾ, ਜਿਹੜਾ ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਕਿਉਂਕਿ ਸੰਸਾਰ ਦੇ ਵਿੱਚ ਜੋ ਵੀ ਹੋ ਰਿਹਾ ਹੈ ਈਸ਼ਵਰ ਕਰ ਰਿਹਾ ਹੈ। ਕਲਯੁਗ ਦਾ ਜਿਹੜਾ ਸਮਾਂ ਹੈ, ਇਸ ਸਮੇਂ ਦੇ ਵਿੱਚ ਉਹੀ ਬਚੇਗਾ ਜਿਹੜਾ ਸ਼ਬਦ ਦਾ ਗਿਆਨ ਪ੍ਰਾਪਤ ਕਰੇਗਾ। ਐਸਾ ਨਹੀਂ ਹੈ ਕਿ ਸਿਰਫ ਕੀਰਤਨ ਕਰ ਲਿਆ ਔਰ ਸੁਣ ਲਿਆ, ਨਹੀਂ। ਵੀ ਕਿਹੜਾ ਸ਼ਬਦ ਦਾ ਕੀਰਤਨ ਹੋ ਰਿਹਾ ਹੈ, ਗੁਰੂ ਕੀ ਕਹਿ ਰਹੇ ਨੇ, ਉਸ ਸ਼ਬਦ ਵਿੱਚ ਕੀ ਹੈ, ਕਿਹੜਾ ਗਿਆਨ ਹੈ। ਜਦ ਤੱਕ ਉਸ ਸ਼ਬਦ ਦੀ ਸੋਝੀ ਨਾ ਮਿਲੀ ਕਿ ਜੋਨੀ 84 ਭੋਗਣੀ ਪੈਣੀ ਹੈ, 84 ਜੋਨ ਭੋਗਣੀ ਪੈਣੀ ਹੈ। ਇਸ ਤੋਂ ਕੋਈ ਨਹੀਂ ਬਚੇਗਾ। ਜੇ ਮਨੁੱਖ ਸੋਚ ਰਿਹਾ ਮੈਂ ਥੋੜ੍ਹਾ ਜਿਹਾ ਦਾਨ ਕਰਦਾ ਤੇ ਬਚ ਜਾਵਾਂਗਾ, ਨਹੀਂ ਬਚ ਸਕਦਾ। ਉਹ ਕਰਮਾਂ ਦੇ ਅਨੁਸਾਰ ਉਸ ਨੂੰ ਭੋਗਣਾ ਪਏਗਾ। ਇਸੇ ਕਰਕੇ ਮਨੁੱਖ ਨੂੰ ਦੁੱਖ ਆਉਂਦਾ ਹੈ। ਮਨੁੱਖ ਸੋਚ ਰਿਹਾ ਹੈ ਕਿ ਮੈਂ ਇਹ ਜੀਵਨ ਸੁੱਖ ਨਾਲ ਬਤੀਤ ਕਰ ਲਿਆ, ਪਰ 84 ਜੋਨ ਨੇ, 84 ਜੋਨ ਕਿਵੇਂ ਭੋਗੇਗਾ। ਜਿਹੜੇ ਇਸ ਕਰਮ ਦੇ ਵਿੱਚ ਉਸਨੇ ਪਾਪ ਕੀਤੇ ਨੇ, ਉਸ ਨੂੰ ਭੋਗਣੇ ਪੈਣੇ ਹੈ। ਤੇ ਸਾਧ ਸੰਗਤ ਜੀ, ਇਹੀ ਬੇਨਤੀ ਹੈ ਕਿ ਸਿਮਰਨ ਕਰੋ, ਸ਼ਬਦ ਦਾ ਗਿਆਨ ਪ੍ਰਾਪਤ ਕਰੋ। ਜੇ ਰੱਬ ਰੂਪੀ ਹੋ ਕੇ ਰਾਮ ਤੇ ਕ੍ਰਿਸ਼ਨ, ਰੱਬ ਹੀ ਸੀ ਦੁਆਰਪਾ, ਤੇ ਉਹਨਾਂ ਨੂੰ ਵੀ ਭੋਗਣਾ ਪਿਆ, ਤੇ ਮਨੁੱਖ ਕਿੱਥੋਂ ਬਚਣਾ ਹੈ, ਉਸਨੇ ਨਹੀਂ ਬਚਣਾ। ਤ੍ਰੇਤਾ 'ਚ, ਦੁਆਪਰ, ਜੇ ਉਹਨਾਂ ਨੂੰ ਵੀ ਭੋਗਿਆ ਹੈ ਤੇ ਕੋਈ ਨਹੀਂ ਬਚੇਗਾ। ਉਸ 84 ਤੋਂ ਜਿਹੜਾ ਵੀ ਮਨੁੱਖ ਨੇ ਕਰਮ ਕੀਤਾ ਹੈ, ਉਸ ਨੂੰ ਅਗਲੇ ਜਨਮ ਵਿੱਚ ਭੋਗਣਾ ਪੈਣਾ ਹੈ। ਇਸ ਤੋਂ ਬਚਣ ਲਈ ਸਿਰਫ ਸਿਮਰਨ, ਸਿਰਫ ਸਾਧਨਾ, ਸ਼ਬਦ ਦਾ ਗਿਆਨ ਪੜ੍ਹ ਲਿਆ, ਗੁਟਕਾ ਸਾਹਿਬ ਰੱਖ ਦਿੱਤਾ, ਉਸ ਨਾਲ ਕੁਛ ਨਹੀਂ ਹੋਣਾ। ਜੇ ਸੁੱਖਾਂ ਦੀ ਪ੍ਰਾਪਤੀ ਕਰਨੀ ਹੈ ਤੇ ਸ਼ਬਦ ਦਾ ਗਿਆਨ ਬਹੁਤ ਜ਼ਰੂਰੀ ਹੈ। ਕਿਉਂਕਿ ਸ਼ਬਦ ਦੇ ਬਿਨਾ ਗਤ ਨਹੀਂ ਹੈ। ਇੰਨੀ ਕੀ ਸੇਵਾ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।